ਸਭ ਤੋਂ ਮੁੱਦੇ ਦੀ ਗੱਲ ਹੈ ਕਿ ਸਾਡੇ ਸਟੇਟ ਪੰਜਾਬ ਹਰਿਆਣਾ ਦੇ ਰਾਜਸਥਾਨ ਦੇ ਕਿਸਾਨਾਂ ਨੂੰ ਹੀ ਨਹੀਂ ਬਿਠਾਇਆ ਸੀਗਾ ਔਰ ਉਹ ਸਟੇਟਾਂ ਦੇ ਨਾਲ ਗੱਲ ਕਰ ਰਹੇ ਸੀਗੇ ਜਿੱਥੇ ਐਮਐਸਪੀ ਬਹੁਤ ਪਹਿਲਾਂ ਹੀ ਖਤਮ ਹੋ ਚੁੱਕੀ ਸੀਗੀ ਔਰ ਜਿੱਥੇ ਮੰਡੀ ਬੋਰਡ ਹੈਗਾ ਹੀ ਨਹੀਂ ਹੈ ਉੱਥੋਂ ਦੀਆਂ ਗੱਲਾਂ ਕਰ ਰਹੇ ਸੀਗੇ। ਇਹ ਸਿਰਫ ਲੋਕਾਂ ਨੂੰ ਸਫਾਈ ਦੇਣ ਵਾਲੀਆਂ ਗੱਲਾਂ ਸਾਡੇ ਪੀਐਮ ਸਾਹਿਬ ਕਰ ਰਹੇ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਡਾਇਰੈਕਟ ਉੱਥੋਂ ਤੱਕ ਤੇ ਹਜੇ ਤੱਕ ਪੁੱਜੇ ਨਹੀਂ ਉਹ। ਜਿਹੜੇ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਭਾਸ਼ਣ ਦੇ ਵਿੱਚ ਜਿਹੜਾ ਸੰਬੋਧਨ ਕਰਦੇ ਇੱਕੋ ਹੀ ਗੱਲ ਕਹਿੰਦੇ ਕਿ ਦੇਸ਼ ਦੇ ਕਿਸਾਨਾਂ ਨੂੰ ਭਰਮ ਹੈ ਯਾਨੀ ਵਹਿਮ ਹੈ ਉਹਨਾਂ ਨੂੰ। ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਇਹ ਸ਼ੋਅ ਕਰ ਰਿਹਾ ਕਿ ਸਾਰਾ ਦੇਸ਼ ਜਿਹੜਾ ਉਹ ਵਹਿਮ ਦੇ ਵਿੱਚ ਇਕੱਲੇ ਉਹੀ ਸਹੀ ਨੇ? ਕੋਈ ਕੇਸਿਸ ਸਾਡੇ ਯੂਐਨਓ ਦੇ ਵਿੱਚ ਵੀ ਜਾਣਗੇ ਹਨਾ ਵੀ ਜੋ ਸਾਡੇ ਇੱਥੇ 50 ਤੋਂ ਉੱਤੇ ਸਾਡੇ ਕਿਸਾਨਾਂ ਦੀ ਸ਼ਹੀਦੀ ਹੋਈ ਹੈ ਉਹਦਾ ਮੁਆਵਜ਼ਾ ਸਾਡੇ ਪੀਐਮ ਸਰ ਕਿੱਥੋਂ ਦੇਣਗੇ। ਮੈਂ ਅੱਜ ਹੀ ਨਿਊਜ਼ ਪੜ੍ਹ ਰਹੀ ਸੀਗੀ ਕਿ ਹਰਿਆਣਾ ਨੇ ਆਪਣਾ ਸਾਰਾ ਦੁੱਧ ਜਿਹੜਾ ਆ ਮਤਲਬ ਕੰਪਨੀਆਂ ਨੂੰ ਦੇਣਾ ਬੰਦ ਕਰਤਾ ਆ ਔਰ ਸ਼ਾਪਸ ਤੇ ਨਹੀਂ ਦਿੰਦੇ, ਸਾਰਾ ਦੁੱਧ ਉਹਨਾਂ ਦਾ ਇੱਥੇ ਆਉਂਦਾ ਆ ਹਨਾ ਵੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜਦੋਂ ਹਰਿਆਣਾ ਦੇ ਕਿਸਾਨਾਂ ਨੇ ਆਪਣੇ ਉੱਤੇ ਪਰਚੇ ਕਰਾਏ ਨੇ। ਸੋ ਸਾਡੀ ਉੱਥੇ ਤੇ ਗਵਰਨਮੈਂਟ ਫਿਰ ਵੀ ਸਾਨੂੰ ਸਪੋਰਟ ਕਰ ਰਹੀ ਸੀ। ਮੈਂ ਕਹਿੰਦੀ ਵੀ ਸਾਡੇ ਪਿੰਡ ਦੇ ਛੋਟੇ ਬੱਚੇ ਨੂੰ ਹਰ ਇੱਕ ਚੁੱਲ੍ਹੇ ਦੇ ਉੱਤੇ ਗੱਲ ਹੁੰਦੀ ਹੈ ਸਾਡੇ ਬਿੱਲਾਂ ਬਾਰੇ। ਕਿਹੜੇ ਬੱਚੇ ਨੂੰ, ਇੱਕ ਛੋਟੇ ਜਿਹੇ ਬੱਚੇ ਨੂੰ ਵੀ ਪੁੱਛ ਲੋਗੇ ਨਾ ਉਹਨੂੰ ਵੀ ਬਿੱਲਾਂ ਦੀ ਨੌਲੇਜ ਹੈ ਇਸ ਟਾਈਮ ਦੇ ਉੱਤੇ, ਹਰ ਇੱਕ ਬੱਚੇ ਨੂੰ ਅਵੇਅਰਨੈਸ ਹੈਗੀ ਹੈ। ਸੋ ਮੋਦੀ ਜੀ ਨੂੰ ਇਸ ਚੀਜ਼ ਦੀ ਪਤਾ ਨਹੀਂ ਸੀਗਾ ਕਿ ਹਨਾ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਊਗਾ ਬਟ ਹਾਂ ਉਹਨਾਂ ਨੂੰ ਇਹ ਆਪਣਾ ਡਿਸੀਜਨ ਮੇਕਿੰਗ ਜਿਹੜਾ ਹੈ ਨਾ ਉਹਨਾਂ ਨੂੰ ਖਤਮ ਕਰਨਾ ਹੀ ਪਊਗਾ ਬਿਕਾਜ਼ ਅਸੀਂ ਜਦੋਂ ਤੱਕ ਸਾਡੇ ਬਿੱਲ ਵਾਪਸ ਨਹੀਂ ਹੁੰਦੇ ਅਸੀਂ ਨਹੀਂ ਜਾਵਾਂਗੇ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ। ਇਸ ਵਕਤ ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਸਟੇਜ ਦੇ ਬੈਕ ਸਾਈਡ ਦੇ ਉੱਤੇ ਸੋਨੀਆ ਮਾਨ ਜਿਹੜੇ ਪਹੁੰਚੇ ਨੇ। ਸੋਨੀਆ ਜੀ ਤੁਸੀਂ ਮੈਨੂੰ ਲੱਗਦਾ ਦੂਸਰੀ ਵਾਰ ਆਏ ਹੋ। ਦੂਸਰੀ ਵਾਰ ਨਹੀਂ ਕਿੰਨੀ ਵਾਰ ਮੈਂ ਰਹਿੰਦੀ ਇੱਥੇ ਹੀ ਹਾਂ। ਬਿਲਕੁਲ ਤੁਸੀਂ ਇੱਥੇ ਹੀ, ਸ਼ਾਇਦ ਮੈਂ ਗਲਤ ਹੋਵਾਂ। ਬਿਲਕੁਲ ਇੱਕ ਚੀਜ਼ ਦੇਖਣ ਮੈਂ ਤੁਹਾਨੂੰ ਇੱਕ ਗੱਲ ਟੋਕਣਾ ਚਾਹੁੰਦੀ ਹਾਂ। ਵੇਖੋ ਅਸੀਂ ਰਹਿੰਦੇ ਹਾਂ ਟਿਕਰੀ ਬਾਰਡਰ ਤੇ ਜ਼ਿਆਦਾ ਹਨਾ ਵੀ ਤੁਹਾਡਾ ਸਾਰਾ ਮੀਡੀਆ ਜਿੰਨਾ ਵੀ ਆ ਸਾਰਾ ਸਿੰਘੂ ਬਾਰਡਰ ਤੇ ਹੁੰਦਾ ਆ। ਉੱਥੇ ਵੀ ਸਾਡੀਆਂ ਟੀਮਾਂ ਹੈਗੀਆਂ ਨਹੀਂ, ਸਾਡੇ ਟਿਕਰੀ ਬਾਰਡਰ ਤੇ ਕੋਈ ਨਹੀਂ ਦੇਖਦਾ, ਇਸੇ ਕਰਕੇ ਤੁਹਾਨੂੰ ਮੈਂ ਨਹੀਂ ਦੇਖਦੀ ਕਿਉਂਕਿ ਅਸੀਂ ਟਿਕਰੀ ਬਾਰਡਰ ਤੇ ਹੁੰਨੇ ਆ ਔਰ ਸਾਡੀ ਇਹੀ ਬਹੁਤ ਵੱਡੀ ਸ਼ਿਕਾਇਤ ਆ ਵੀ ਟਿਕਰੀ ਬਾਰਡਰ ਨੂੰ ਵੀ ਤੁਹਾਨੂੰ ਓਨਾ ਹੀ ਕਵਰ ਕਰਨਾ ਚਾਹੀਦਾ। ਇਹ ਸ਼ਿਕਾਇਤ ਦੂਰ ਹੋਊਗੀ, ਸਾਡੀ ਟੀਮ ਉੱਥੇ ਵੀ ਜਾਊਗੀ, ਕੋਈ ਗੱਲ ਨਹੀਂ। ਤੇ ਆਪਾਂ ਸੰਘਰਸ਼ ਦੀ ਗੱਲ ਕਰਦੇ ਹਾਂ। ਵਿਦੇਸ਼ਾਂ 'ਚ ਬੜੇ ਪਰਿਵਾਰ ਆ ਰਹੇ ਆ ਇੱਥੇ ਕਿਉਂਕਿ ਨੌਜਵਾਨੀ ਜਿਹੜੀ ਪੰਜਾਬ ਦੀ ਹੈਗੀ, ਵਿਦੇਸ਼ਾਂ ਜਿਹੜੇ ਪਰਿਵਾਰ ਹੈਗੇ ਉਹ ਵੀ ਹੁਣ ਪਹੁੰਚਣੇ ਸ਼ੁਰੂ ਹੋ ਗਿਆ। ਕੀ ਲੱਗਦਾ ਸਰਕਾਰ ਕਿਉਂ ਨਹੀਂ ਅੱਖਾਂ ਖੋਲ੍ਹ ਰਹੀ? ਵੇਖੋ 2 ਦਿਨ ਪਹਿਲਾਂ ਤੁਸੀਂ ਪ੍ਰਧਾਨ ਮੰਤਰੀ ਦੀ ਸਪੀਚ ਦੇਖੀ ਸੀਗੀ 1.5 ਘੰਟੇ ਦੀ ਜਿਹਦੇ ਵਿੱਚ ਉਹਨਾਂ ਨੇ ਸਾਰੇ ਸਟੇਟਾਂ ਦੇ ਕਿਸਾਨਾਂ ਨੂੰ ਬਿਠਾਇਆ ਸੀਗਾ ਬਟ ਸਭ ਤੋਂ ਮੁੱਦੇ ਦੀ ਗੱਲ ਹੈ ਕਿ ਸਾਡੇ ਸਟੇਟ ਪੰਜਾਬ ਹਰਿਆਣਾ ਦੇ ਰਾਜਸਥਾਨ ਦੇ ਕਿਸਾਨਾਂ ਨੂੰ ਹੀ ਨਹੀਂ ਬਿਠਾਇਆ ਸੀਗਾ ਔਰ ਉਹ ਸਟੇਟਾਂ ਦੇ ਨਾਲ ਗੱਲ ਕਰ ਰਹੇ ਸੀਗੇ ਜਿੱਥੇ ਐਮਐਸਪੀ ਬਹੁਤ ਪਹਿਲਾਂ ਹੀ ਖਤਮ ਹੋ ਚੁੱਕੀ ਸੀਗੀ ਔਰ ਜਿੱਥੇ ਮੰਡੀ ਬੋਰਡ ਹੈਗਾ ਹੀ ਨਹੀਂ ਹੈ ਉੱਥੋਂ ਦੀਆਂ ਗੱਲਾਂ ਕਰ ਰਹੇ ਸੀਗੇ। ਇਹ ਸਿਰਫ ਲੋਕਾਂ ਨੂੰ ਸਫਾਈ ਦੇਣ ਵਾਲੀਆਂ ਗੱਲਾਂ ਸਾਡੇ ਪੀਐਮ ਸਾਹਿਬ ਕਰ ਰਹੇ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਡਾਇਰੈਕਟ ਉੱਥੋਂ ਤੱਕ ਤੇ ਹਜੇ ਤੱਕ ਪੁੱਜੇ ਨਹੀਂ ਉਹ। ਜਿਹੜੇ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਭਾਸ਼ਣ ਦੇ ਵਿੱਚ ਜਿਹੜਾ ਸੰਬੋਧਨ ਕਰਦੇ ਇੱਕੋ ਹੀ ਗੱਲ ਕਹਿੰਦੇ ਕਿ ਦੇਸ਼ ਦੇ ਕਿਸਾਨਾਂ ਨੂੰ ਭਰਮ ਹੈ ਯਾਨੀ ਵਹਿਮ ਹੈ ਉਹਨਾਂ ਨੂੰ। ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਇਹ ਸ਼ੋਅ ਕਰ ਰਿਹਾ ਕਿ ਸਾਰਾ ਦੇਸ਼ ਜਿਹੜਾ ਉਹ ਵਹਿਮ ਦੇ ਵਿੱਚ ਇਕੱਲੇ ਉਹੀ ਸਹੀ ਨੇ? ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਪ੍ਰਾਈਮ ਮਿਨਿਸਟਰ ਨੂੰ ਵੀ ਜਿਹੜੀ ਗੱਲ ਉਹ ਬਾਕੀ ਸਟੇਟਾਂ ਦੇ ਕਿਸਾਨਾਂ ਦੇ ਨਾਲ ਜਾ ਕੇ ਟੀਵੀ ਸ਼ੋਜ਼ ਦੇ ਉੱਤੇ ਕਰ ਰਹੇ ਨੇ ਉਹ ਸਾਡੇ ਕਿਸਾਨਾਂ ਦੇ ਨਾਲ ਆ ਕੇ ਬਹਿ ਕੇ ਕਰਨ। ਸਾਡੀ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਆ ਉਹਨਾਂ ਦੇ ਲੀਡਰਸ ਦੇ ਨਾਲ ਪ੍ਰੈਸ ਕਾਨਫਰੰਸ ਕਰਨ, ਆਲ ਓਵਰ ਵਰਲਡ ਵੇਖੇ ਹਨਾ ਉਹਨਾਂ ਦੇ ਵੀ ਜਿਹੜੇ ਜਵਾਬ ਆ ਉਹਨਾਂ ਦੇ ਜਵਾਬ ਲਾਈਵ ਚੱਲਣਾ ਚਾਹੀਦਾ ਆ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਜਿਹੜਾ ਹੁਣ ਸੰਘਰਸ਼ ਹੈ ਜਿਸ ਤਰੀਕੇ ਨਾਲ ਹੁੰਗਾਰਾ ਮਿਲਦਾ ਜਾ ਰਿਹਾ, ਮਤਲਬ ਦੇਰੀ ਹੋ ਰਹੀ ਹੈ, ਸਰਕਾਰ ਡੇਟ ਤੇ ਡੇਟ ਦੇ ਰਹੀ ਹੈ, ਹੁਣ 30 ਤਰੀਕ ਫੇਰ ਦੇ ਦਿੱਤੀ ਹੈ ਪਰ ਤੁਹਾਨੂੰ ਲੱਗਦਾ ਕਿ ਜਿਹੜਾ ਆਕਰੋਸ਼ ਹੈਗਾ ਤੇ ਜੋਸ਼ ਉਹ ਵੱਧਦਾ ਜਾ ਰਿਹਾ ਐਜੀਟੇਸ਼ਨ? ਵੇਖੋ ਜੀ ਵਧੂਗਾ ਓਬਵੀਅਸਲੀ ਹਨਾ। ਆਪਾਂ ਜਦੋਂ ਧਰਨਿਆਂ ਤੇ ਸ਼ੁਰੂ ਹੋਏ ਸੀਗੇ ਮੈਨੂੰ ਯਾਦ ਆ ਮੈਂ 3 ਜੂਨ ਤੋਂ ਸ਼ੁਰੂ ਹੋਈ ਸੀਗੀ ਉਦੋਂ ਧਰਨਿਆਂ ਤੇ ਸਿਰਫ 500 ਬੰਦਾ ਜਾਂ 1000 ਬੰਦਾ ਸੜਕਾਂ ਦੇ ਉੱਤੇ ਹੁੰਦਾ ਸੀਗਾ। ਅੱਜ ਤੇ ਆਪਾਂ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਕਿ ਅੱਜ ਸਿੰਘੂ ਬਾਰਡਰ ਦੇ ਉੱਤੇ ਇੰਨਾ ਇਕੱਠ ਹੈ, ਟਿਕਰੀ ਬਾਰਡਰ ਦੇ ਉੱਤੇ ਇੰਨਾ ਡਿਸਪਲਿਨਡ ਔਰ ਇੰਨਾ ਇਕੱਠ ਹੈ। ਹੁਣ ਅਸੀਂ ਗਾਜ਼ੀਆਬਾਦ ਬਾਰਡਰ ਤੇ ਪਲਵਲ ਬਾਰਡਰ ਤੇ ਵੀ ਗਏ ਸੀਗੇ ਉੱਥੇ ਵੀ 1000 ਤੋਂ 1500 ਬੰਦਾ, ਹੁਣ 2000 ਬੰਦਾ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਯੂਪੀ ਦੇ ਵੀ ਜਿਹੜੇ ਫਾਰਮਰਸ ਆ ਉਹਨਾਂ ਦੇ ਵਿੱਚ ਵੀ ਅਵੇਅਰਨੈਸ ਆਉਣੀ ਸ਼ੁਰੂ ਹੋ ਗਈ ਹੈ ਨਾ। ਉੱਥੋਂ ਮੱਧ ਪ੍ਰਦੇਸ਼ ਦੇ ਫਾਰਮਰਸ ਵੀ ਜੁੜੇ ਨੇ ਉਸ ਵਾਲੇ, ਤੁਹਾਨੂੰ ਉੱਥੇ ਵੀ ਜਾਣਾ ਚਾਹੀਦਾ, ਉੱਥੇ ਵੀ ਕਵਰ ਕਰਨਾ ਚਾਹੀਦਾ। ਪ੍ਰਦੇਸ਼ ਵਾਲੇ ਅਸੀਂ ਇੱਥੇ ਕਵਰ ਕਰ ਬੈਠੇ ਹਾਂ। ਨਾਗਪੁਰ ਵਾਲੇ ਇੱਕ ਸਾਡੀ ਟੀਮ ਜਿਹੜੀ ਹੈਗੀ ਹੈ ਗਾਜ਼ੀਪੁਰ ਬਾਰਡਰ ਤੇ ਵੀ ਲਗਾਤਾਰ 2 ਦਿਨ ਤੋਂ ਤੇ ਮੱਧ ਪ੍ਰਦੇਸ਼ ਦੇ ਕਾਫੀ ਫਾਰਮਰਸ ਆਏ ਨੇ ਗਾਜ਼ੀਪੁਰ ਬਾਰਡਰ ਦੇ ਉੱਤੇ। ਹੁਣ ਜਦੋਂ ਅਵੇਅਰਨੈਸ ਹੋਰ ਜਾਊਗੀ ਫਾਰਮਰਸ ਦੇ ਵਿੱਚ, ਜਿਵੇਂ ਕਿ ਸਾਡੇ ਪ੍ਰਾਈਮ ਮਿਨਿਸਟਰ ਜੀ ਨੇ ਉਸ ਦਿਨ ਆਪਣੀ ਅਵੇਅਰਨੈਸ ਦੱਸਣੀ ਚਾਹੀ ਕਿ ਇਹ ਬਿੱਲ ਉਹਨਾਂ ਵਾਸਤੇ ਸਾਡੇ ਕਿਸਾਨਾਂ ਵਾਸਤੇ ਬਿਲਕੁਲ ਸਹੀ ਆ ਹਨਾ। ਜਦੋਂ ਸਾਡੀ ਅਵੇਅਰਨੈਸ ਹੋਰ ਜਾਊਗੀ ਕਿਸਾਨਾਂ ਤੱਕ ਪਹੁੰਚੂਗੀ ਉਦੋਂ ਲੋਕੀ ਹੋਰ ਜੁੜਨਗੇ ਔਰ ਇਹ ਇਕੱਠ ਹੌਲੀ ਹੌਲੀ ਹੋਰ ਵੱਧਦਾ ਜਾਊਗਾ। ਸਰਕਾਰ ਇਹ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸੋਚਦੀ ਹੋਊਗੀ ਕਿ ਇਹਨੂੰ ਡਿਲੇ ਕਰ ਦਈਏ ਜਾਂ ਆਪਣੇ ਭਾਸ਼ਣ ਦੇਈ ਜਾਈਏ ਤਾਂ ਕਿ ਮਨੋਬਲ ਜਿਹੜਾ ਕਿਸਾਨਾਂ ਦਾ ਜਾਂ ਜਿਹੜੇ ਧਰਨੇ ਤੇ ਬੈਠੇ ਆ
ਉਹ ਡਾਊਨ ਹੋਊਗਾ ਤੇ ਆਪਣੇ ਆਪ ਕਿਸਾਨ ਕੋਈ ਨਾ ਕੋਈ ਸੈਟਿੰਗ ਕਰਨਗੇ। ਤੁਹਾਨੂੰ ਲੱਗਦਾ ਮਨੋਬਲ ਤਾਂ ਵੱਧ ਰਿਹਾ ਇਸ ਚੀਜ਼ ਦਾ? ਇਹਦੇ ਨਾਲ ਮਨੋਬਲ ਵੱਧ ਰਿਹਾ ਆ। ਮੈਂ ਤੁਹਾਨੂੰ ਜਿਵੇਂ ਕਿਹਾ ਵੀ ਸਾਡੇ 500 ਬੰਦੇ ਤੋਂ ਲੈ ਕੇ ਹੁਣ ਤੁਸੀਂ ਦੇਖ ਲਓ ਕਿੰਨਾ ਵੱਡਾ ਸੰਘਰਸ਼ ਹੋ ਗਿਆ। ਕੀ ਪਤਾ ਕੱਲ੍ਹ ਨੂੰ ਇਸ ਤੋਂ ਵੀ ਵੱਡਾ ਸੰਘਰਸ਼ ਹੋ ਜਾਊਗਾ ਔਰ ਮਨੋਬਲ ਘਟੂਗਾ ਨਹੀਂ ਸਗੋਂ ਵਧੂਗਾ। ਸੰਖੇਪ ਦੇ ਵਿੱਚ ਹੁਣ ਕੀ ਕਹਿਣਾ, ਕਿਉਂਕਿ 30 ਦੀ ਮੀਟਿੰਗ ਹੈ, ਹਰ ਕਿਸੇ ਪੂਰੇ ਦੇਸ਼ ਦੇ ਵਿਦੇਸ਼ਾਂ ਦੇ ਬੰਦਿਆਂ ਦੀ ਜਿਹੜੀ ਅੱਖ ਹੈਗੀ ਆ 30 ਦੀ ਮੀਟਿੰਗ ਤੇ ਸਰਕਾਰ ਨੇ ਦੁਬਾਰਾ ਮੀਟਿੰਗ ਰੱਖੀ। ਵੇਖੋ ਇਸ ਤੋਂ ਬਾਅਦ ਸਾਡੇ ਜਿੰਨੇ ਵੀ ਜਿਵੇਂ ਸਾਡੇ ਇੱਥੇ ਬਲੱਡ ਡੋਨੇਸ਼ਨ ਦੇ ਕੈਂਪਸ ਵੀ ਲੱਗੇ ਨੇ ਹਨਾ, ਸਾਰੇ ਆਪੋ ਆਪਣੀ ਤਰਫੋਂ ਕੋਈ ਨਾ ਕੋਈ ਯੋਗਦਾਨ ਪਾ ਰਹੇ ਨੇ। ਕੋਈ ਕੇਸਿਸ ਸਾਡੇ UNO ਦੇ ਵਿੱਚ ਵੀ ਜਾਣਗੇ ਹਨਾ, ਵੀ ਜੋ ਸਾਡੇ ਇੱਥੇ 50 ਤੋਂ ਉੱਤੇ ਸਾਡੇ ਕਿਸਾਨਾਂ ਦੀ ਸ਼ਹੀਦੀ ਹੋਈ ਹੈ ਉਹਦਾ ਮੁਆਵਜ਼ਾ ਸਾਡੇ PM ਸਰ ਕਿੱਥੋਂ ਦੇਣਗੇ ਹਨਾ। ਹੋਰ ਵੀ ਇੰਨੀ ਠੰਡ ਹੈ, ਸਾਡੇ ਬਜ਼ੁਰਗ ਇੰਨੇ ਬੈਠੇ ਆ, ਇੰਨੀਆਂ ਠੰਡੀਆਂ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਨੇ। ਸੋ ਇਹਨਾਂ ਦਾ ਮੁਆਵਜ਼ਾ ਉਹ ਕਿੱਥੋਂ ਭਰਨਗੇ? ਸੋ ਆਈ ਥਿੰਕ ਉਹਨਾਂ ਨੂੰ ਇਸ ਬਿੱਲ ਨੂੰ ਪਾਸ ਕਰ ਦੇਣਾ ਚਾਹੀਦਾ ਆ, ਮਤਲਬ ਵਾਪਸ ਲੈ ਲੈਣਾ ਚਾਹੀਦਾ ਆ ਜੋ ਕਿ ਉਹਨਾਂ ਨੇ ਪਾਸ ਕੀਤਾ, ਕਿਉਂਕਿ ਆਪਾਂ ਲਾਗੂ ਤੇ ਇੱਥੇ ਨਹੀਂ ਹੋਣ ਦੇਵਾਂਗੇ। ਔਰ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੀ ਹਾਂ ਸਾਡੇ ਹਰਿਆਣੇ ਦਾ। ਸਾਡਾ ਛੋਟਾ ਭਰਾ ਆ ਇਸ ਟਾਈਮ ਤੇ ਹਰਿਆਣਾ ਤੋਂ ਦੁੱਧ ਦੀ ਸੇਵਾ, ਘਿਓ ਦੀ ਸੇਵਾ, ਮੱਖਣ ਦੀ ਸੇਵਾ। ਮੈਂ ਅੱਜ ਹੀ ਨਿਊਜ਼ ਪੜ੍ਹ ਰਹੀ ਸੀਗੀ ਕਿ ਹਰਿਆਣੇ ਨੇ ਆਪਣਾ ਸਾਰਾ ਦੁੱਧ ਜਿਹੜਾ ਆ ਮਤਲਬ ਕੰਪਨੀਆਂ ਨੂੰ ਦੇਣਾ ਬੰਦ ਕਰਤਾ ਆ ਔਰ ਸ਼ਾਪਸ ਤੇ ਨਹੀਂ ਦਿੰਦੇ, ਸਾਰਾ ਦੁੱਧ ਉਹਨਾਂ ਦਾ ਇੱਥੇ ਆਉਂਦਾ ਆ ਹਨਾ। ਵੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜਦੋਂ ਹਰਿਆਣਾ ਦੇ ਕਿਸਾਨਾਂ ਨੇ ਆਪਣੇ ਉੱਤੇ ਪਰਚੇ ਕਰਾਏ ਨੇ। ਸੋ ਸਾਡੀ ਉੱਥੇ ਤੇ ਗਵਰਨਮੈਂਟ ਫਿਰ ਵੀ ਸਾਨੂੰ ਸਪੋਰਟ ਕਰ ਰਹੀ ਸੀਗੀ। ਇੱਥੇ ਤੇ ਉਹਨਾਂ ਵਿਚਾਰਿਆਂ ਦੇ ਉੱਤੇ ਪਾਣੀ ਦੇ ਠੰਡਾ ਪਾਣੀ ਸੁੱਟਿਆ ਜਾਂਦਾ ਸੀਗਾ, ਆਂਸੂ ਗੈਸ ਦੇ ਗੋਲੇ ਸੁੱਟੇ ਜਾਂਦੇ ਸੀਗੇ, ਬਟ ਫਿਰ ਵੀ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਬਹੁਤ ਹੱਦ ਤੱਕ। ਸੋ ਸਲੂਟ ਟੂ ਹਰਿਆਣਾ ਫਾਰਮਰਸ। ਔਰ ਐਵੇਂ ਹੀ ਅਸੀਂ ਮਿਲ ਜੁਲ ਕੇ ਅੱਗੇ ਵਧਦੇ ਰਹੀਏ ਔਰ ਰਾਜਸਥਾਨ ਦੇ ਵੀ ਹੋਰ ਫਾਰਮਰਸ ਜੁੜਨ ਔਰ ਸਾਰੇ ਆਲ ਓਵਰ ਇੰਡੀਆ ਦੇ ਜਿੰਨੇ ਫਾਰਮਰਸ ਜੋੜ ਕੇ ਔਰ ਆਪਾਂ ਇਸ ਅੰਦੋਲਨ ਨੂੰ ਹੋਰ ਵੱਡਾ ਕਰੀਏ। ਆਖਰੀ ਸਵਾਲ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਨੋਟਬੰਦੀ ਲੈ ਕੇ ਆਂਦੀ, ਉਸ ਤੋਂ ਬਾਅਦ GST ਤੇ ਇਸ ਵਾਰੀ ਜਿਹੜਾ ਖੇਤੀ ਕਾਨੂੰਨ ਬਣਾਇਆ, ਤੁਹਾਨੂੰ ਲੱਗਦਾ ਇਹ ਮਹਿੰਗਾ ਪੈ ਗਿਆ ਬਣਾਉਣ ਦਾ ਸਰਕਾਰ ਨੂੰ? ਵੇਖੋ ਜੀ ਉਹਨਾਂ ਨੇ ਇਹੀ ਸੋਚਿਆ ਸੀਗਾ, ਪਹਿਲੋਂ ਸਾਡੇ ਪੰਜਾਬ ਨੂੰ ਉੜਤਾ ਪੰਜਾਬ ਵਰਗੀਆਂ ਫਿਲਮਾਂ ਦੇ ਵਿੱਚ ਵਿਖਾਤਾ ਵੀ ਸਾਡਾ ਪੰਜਾਬ ਤੇ ਪੂਰਾ ਨਸ਼ਿਆਂ ਦੇ ਵਿੱਚ ਡੁੱਬਿਆ ਹੋਇਆ ਆ। ਔਰ ਅੱਧੇ ਲੋਕਾਂ ਨੂੰ ਇਹ ਭੁਲੇਖਾ ਵੀ ਲੋਕੀ ਬਾਹਰ ਚਲੇ ਗਏ ਨੇ, ਇੱਥੇ ਤੇ ਹੈਗੇ ਨਹੀਂ ਹਨਾ। ਵੀ ਹੁਣ ਤੇ ਸਾਰਿਆਂ ਦਾ ਭੁਲੇਖਾ ਦੂਰ ਹੋ ਗਿਆ ਹੋਊਗਾ ਵੀ ਸਾਡੇ ਪੰਜਾਬ ਦੇ ਵਿੱਚ ਉੜਤਾ ਪੰਜਾਬ ਕਿੰਨਾ ਕੁ ਹੈ ਔਰ ਸਾਡਾ ਯੂਥ ਕਿੰਨਾ ਕੁ ਜ਼ਿਆਦਾ ਮਤਲਬ ਮੋਟੀਵੇਟਿਡ ਆ ਆਪਣੇ ਹੱਕਾਂ ਨੂੰ ਲੈ ਕੇ। ਮੈਂ ਕਹਿੰਦੀ ਵੀ ਸਾਡੇ ਪਿੰਡ ਦੇ ਛੋਟੇ ਛੋਟੇ ਬੱਚੇ ਨੂੰ ਹਰ ਇੱਕ ਚੁੱਲ੍ਹੇ ਦੇ ਉੱਤੇ ਗੱਲ ਹੁੰਦੀ ਹੈ ਸਾਡੇ ਬਿੱਲਾਂ ਬਾਰੇ। ਕਿਹੜੇ ਬੱਚੇ ਨੂੰ, ਇੱਕ ਛੋਟੇ ਜਿਹੇ ਬੱਚੇ ਨੂੰ ਵੀ ਪੁੱਛ ਲੋਗੇ ਨਾ, ਉਹਨੂੰ ਵੀ ਬਿੱਲਾਂ ਦੀ ਨੌਲੇਜ ਹੈ ਇਸ ਟਾਈਮ ਦੇ ਉੱਤੇ। ਹਰ ਇੱਕ ਬੱਚੇ ਨੂੰ ਅਵੇਅਰਨੈਸ ਹੈਗੀ ਹੈ। ਸੋ ਮੋਦੀ ਜੀ ਨੂੰ ਇਸ ਚੀਜ਼ ਦੀ ਪਤਾ ਨਹੀਂ ਸੀਗਾ ਕਿ ਹਨਾ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਊਗਾ। ਬਟ ਹਾਂ, ਉਹਨਾਂ ਨੂੰ ਇਹ ਆਪਣਾ ਡਿਸੀਜਨ ਮੇਕਿੰਗ ਜਿਹੜਾ ਹੈ ਨਾ ਉਹਨਾਂ ਨੂੰ ਖਤਮ ਕਰਨਾ ਹੀ ਪਊਗਾ, ਬਿਕਾਜ਼ ਅਸੀਂ ਜਦੋਂ ਤੱਕ ਸਾਡੇ ਬਿੱਲ ਵਾਪਸ ਨਹੀਂ ਹੁੰਦੇ ਅਸੀਂ ਨਹੀਂ ਜਾਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਐਸਾ ਸੋਨੀਆ ਮਾਨ ਜਿਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਜਿਹੜੇ ਬਿੱਲ ਹੈ ਇਹ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਧਰਨੇ ਤੇ ਡਟੇ ਰਵਾਂਗੇ। ਲਗਾਤਾਰ ਇਹ ਟਿਕਰੀ ਬਾਰਡਰ ਦੇ ਉੱਤੇ ਧਰਨੇ ਦੇ ਉੱਤੇ ਡਟੇ ਹੋਏ ਤਾਂ ਸਿੰਘੂ ਬਾਰਡਰ ਤੇ ਪਹੁੰਚਿਆ। ਇਸ ਕਰਕੇ ਸਿੱਧੀ ਇੱਕੋ ਹੀ ਮੰਗ ਹੈ ਹਰ ਕਿਸੇ ਦੀ ਕਿ ਕੇਂਦਰ ਦੀ ਸਰਕਾਰ ਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਇਹ ਖੇਤੀ ਕਾਨੂੰਨ ਰੱਦ ਕਰੇ ਤਾਂ ਕਿ ਕਿਸਾਨ ਆਪਣੇ ਆਪਣੇ ਘਰ ਵਾਪਸ ਜਾਣ। ਕੈਮਰਾਮੈਨ ਦੇਸ ਰਾਜ ਤੇ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਕੁੰਡਲੀ ਬਾਰਡਰ, ਦਿੱਲੀ।